ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੰਮ੍ਰਿਤ ਰੰਗ ਰਤਾਲਿਵ ਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ। ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਨ ਅੰਮ੍ਰਿਤ ਪੀਆਵਣਿਆ। ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਨ ਅੰਮ੍ਰਿਤ ਪੀਆਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਸ ਸ਼ਬਦ ਵਿੱਚ ਕੱਲ੍ਹ ਆਪਾਂ ਸਰਵਣ ਕੀਤੇ ਤਿੰਨ ਕੁ ਪਦੇ। ਅੰਮ੍ਰਿਤ ਦੀ ਗੱਲ ਚੱਲ ਰਹੀ ਹੈ। ਅੰਮ੍ਰਿਤ ਕੀ ਹੈ? ਜਿੱਥੇ ਅੰਮ੍ਰਿਤ ਵਰਤ ਜਾਂਦਾ ਹੈ ਉਹਦੇ ਲੱਛਣ ਜੀਵਨ ਵਿੱਚ ਕੀ ਬਣਦੇ ਆ? ਅੰਮ੍ਰਿਤ ਦੇ ਕੀ ਅਰਥ ਹਨ? ਅਸੀਂ ਇੱਕੋ ਹੀ ਅਰਥ ਜਾਣਦੇ ਹਾਂ ਜੋ ਪੰਜ ਪਿਆਰਿਆਂ ਨੇ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਬਈ ਉਹ ਅੰਮ੍ਰਿਤ ਹੈ। ਹਾਂ, ਉਹੀ ਅੰਮ੍ਰਿਤ ਹੈ, ਪਰ ਉਹ ਅੰਮ੍ਰਿਤ ਅੱਗੇ ਜਾ ਕੇ ਸਰੀਰ ਦੇ ਵਿੱਚ ਕਿੰਨੇ ਰੂਪ ਬਦਲਦਾ। ਤੀਜੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀ। ਅੰਮ੍ਰਿਤ ਇੱਕੋ ਹੀ ਆ, ਹੋਰ ਉਸ ਵਰਗਾ ਕੋਈ ਵੀ ਉਸ ਦਾ ਡੁਪਲੀਕੇਟ ਨਹੀਂ ਹੈ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰ ਪ੍ਰਸਾਦ। ਕਿ ਉਹ ਅੰਮ੍ਰਿਤ ਜਿਹੜਾ ਸਾਨੂੰ ਦਸਵੇਂ ਪਾਤਸ਼ਾਹ ਜੀ ਨੇ ਪ੍ਰਤੱਖ ਰੂਪ ਦੇ ਵਿੱਚ ਬਾਟੇ ਵਿੱਚ ਬਣਾ ਕੇ ਦਿਖਾਇਆ, ਔਰ ਉਸ ਅੰਮ੍ਰਿਤ ਦੀ ਨਿਸ਼ਾਨੀ ਮੁਰਦਿਆਂ ਨੂੰ ਜਿਉਂਦੇ ਕਰਦਾ ਵਿਖਾਇਆ। ਪੰਜਾਂ ਸਿੰਘਾਂ ਦੇ ਸੀਸ ਕੱਟੇ, ਫਿਰ ਅੰਮ੍ਰਿਤ ਤਿਆਰ ਕੀਤਾ ਸਤਿਗੁਰਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਪਵਿੱਤਰ ਬਾਣੀ ਪੜ੍ਹਦਿਆਂ ਹੋਇਆਂ। ਅਤੇ ਫਿਰ ਉਹ ਅੰਮ੍ਰਿਤ ਜਦੋਂ ਉਹਨਾਂ ਸੀਸ ਕੱਟੇ ਹੋਏ ਸਿੰਘਾਂ ਦੇ ਮੁੱਖ ਵਿੱਚ ਪਾ ਕੇ ਕਿਹਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤਾਂ ਉਹ ਦੇਖੋ ਵੀ ਸੀਸ ਜਿਹੜੇ ਧੜਾਂ ਦੇ ਨਾਲ ਜੁੜ ਗਏ ਔਰ ਉਹਨਾਂ ਦੇ ਅੰਦਰੋਂ ਆਵਾਜ਼ ਆਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਅੰਮ੍ਰਿਤ ਦੀ ਗੱਲ ਅੱਜ ਦੀ ਨਹੀਂ, ਸਦੀਆਂ ਤੋਂ ਚੱਲ ਰਹੀ ਹੈ। ਔਰ ਬਹੁਤ ਸਾਰੇ ਰਾਜੇ, ਅਸ਼ੋਕ ਵਰਗੇ, ਰਾਵਣ ਵਰਗੇ, ਹੋਰ ਪਤਾ ਨਹੀਂ ਕਿੰਨੇ ਰਾਜੇ ਹੋਏ ਜਿਨ੍ਹਾਂ ਨੇ ਅੰਮ੍ਰਿਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਅੰਮ੍ਰਿਤ ਕਹਿੰਦੇ ਜੀਵਨ ਦਿੰਦਾ ਹੈ। ਜਿਹਨੂੰ ਅੰਮ੍ਰਿਤ ਮਿਲ ਜਾਵੇ ਉਹ ਮਰਦਾ ਨਹੀਂ। ਜਿਹਨੂੰ ਅੰਮ੍ਰਿਤ ਮਿਲ ਜਾਵੇ ਉਹ ਮ੍ਰਿਤੂ ਤੋਂ ਪਰੇ ਹੋ ਜਾਂਦਾ ਹੈ। ਅੰਮ੍ਰਿਤ ਭਾਵ ਮ੍ਰਿਤੂ ਤੋਂ ਬਾਹਰ ਹੋ ਜਾਂਦਾ ਹੈ। ਪਰ ਉਹ ਅੰਮ੍ਰਿਤ ਮਿਲਦੇ ਕਿਵੇਂ? ਉਸ ਅੰਮ੍ਰਿਤ ਦੀ ਗੱਲ ਚੱਲ ਰਹੀ ਹੈ ਕੱਲ੍ਹ ਦੀ। ਤਾਂ ਉਹ ਅੰਮ੍ਰਿਤ ਜਿਹੜਾ ਹੈ ਸਾਡੇ ਅੰਦਰ ਪੈਦਾ ਹੁੰਦਾ। ਬਾਹਰੋਂ ਜਿਹੜਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਨਾਮ ਦੀ ਦਾਤ ਬਖਸ਼ੀ, ਅੰਮ੍ਰਿਤ ਦੀ ਦਾਤ ਦਿੱਤੀ,
ਉਸ ਨੂੰ ਲੈ ਕੇ ਅਸੀਂ ਗੁਰੂ ਨਾਨਕ ਦੇ ਘਰ ਵਿੱਚ ਦਾਖਲ ਹੁੰਦੇ ਹਾਂ, ਸਿੱਖ ਤੋਂ ਸਿੰਘ ਸੱਜਦੇ ਹਾਂ। ਔਰ ਜਿਸ ਵੇਲੇ ਅਸੀਂ ਫਿਰ ਉਸ ਅੰਮ੍ਰਿਤ ਨੂੰ ਲੈ ਕੇ ਗੁਰਮਤਿ ਅਨੁਸਾਰ ਚੱਲਦੇ ਹੋਏ ਸਿਮਰਨ ਕਰਦੇ ਹਾਂ ਨਾ, ਫਿਰ ਇੱਕ ਬੂੰਦ ਅੰਦਰੋਂ ਮਿਲਦੀ ਆ, ਇੱਕ ਬੂੰਦ ਅੰਦਰੋਂ ਮਿਲਦੀ ਆ ਅੰਮ੍ਰਿਤ ਦੀ, ਕਿ ਜਿੱਦਣ ਉਹ ਬੂੰਦ ਸਾਡੇ ਦਿਮਾਗ ਦੇ ਵਿੱਚੋਂ ਡਿੱਗਦੀ ਹੋਈ, ਗਲੇ ਦੇ ਵਿੱਚੋਂ ਡਿੱਗਦੀ ਹੋਈ ਹਿਰਦੇ ਵਿੱਚ ਚਲੀ ਜਾਂਦੀ ਹੈ ਨਾ, ਉਦਣ ਇਹ ਜੀਵ ਆਤਮਾ ਅਮਰ ਹੋ ਜਾਂਦੀ ਆ। ਪਰ ਉਹ ਅਮਰ ਦੀ ਬੂੰਦ ਹੈ ਜਿਹੜੀ ਸਿਮਰਨ ਭਜਨ ਬੰਦਗੀ ਕਰਿਆ ਮਿਲਦੀ ਹੈ। ਲੋਕਾਂ ਨੇ ਬੜੀ ਕੋਸ਼ਿਸ਼ ਕੀਤੀ, ਵੱਡੇ ਭਾਗਾਂ ਤੋਂ ਬਗੈਰ ਸੰਗਤ ਨਹੀਂ ਮਿਲਦੀ, ਵੱਡੇ ਭਾਗਾਂ ਤੋਂ ਬਗੈਰ ਉਹ ਅਮਰ ਦੀ ਬੂੰਦ ਨਹੀਂ ਮਿਲਦੀ। ਦੱਸਦੇ ਆ ਇੱਕ ਵਾਰੀ ਰਾਜਾ ਅੰਮ੍ਰਿਤ ਦੀ ਭਾਲ ਕਰਦਾ ਕਰਦੇ ਆ ਕਿੱਥੇ ਪਹੁੰਚਿਆ? ਅੰਮ੍ਰਿਤ ਕੁੰਡ ਤੇ ਮਾਨ ਸਰੋਵਰ ਤੇ। ਔਰ ਉਹਨੂੰ ਕਿਸੇ ਨੇ ਦੱਸਿਆ ਸੀ ਕਿ ਮਾਨ ਸਰੋਵਰ ਤੇ ਜਿਹੜਾ ਜਲ ਹੈ ਉਹ ਅੰਮ੍ਰਿਤ ਹੈ, ਜੇ ਕੋਈ ਪੀ ਲਵੇ ਤੇ ਅਮਰ ਹੋ ਜਾਂਦਾ। ਰਾਜਾ ਸਿਕੰਦਰ ਉੱਥੇ ਪਹੁੰਚ ਗਿਆ, ਲੱਭਦਾ ਲੱਭਦਾ। ਕਹਿੰਦੇ ਰਾਜੇ ਸਿਕੰਦਰ ਨੇ ਉਸ ਮਾਨ ਸਰੋਵਰ ਦੇ ਕਿਨਾਰੇ ਤੇ ਬੈਠ ਕੇ ਬੁੱਕ ਭਰਿਆ ਪੀਣ ਵਾਸਤੇ। ਔਰ ਬੁੱਕ ਭਰ ਕੇ ਜਦੋਂ ਪੀਣ ਲੱਗਿਆ ਨਾ, ਤੇ ਕਹਿੰਦੇ ਉਹਦੇ ਸਾਹਮਣੇ ਇੱਕ ਫੜਾਉਂਦਾ ਹੋਇਆ ਕਾਂ ਡਿੱਗਿਆ। ਹਜੇ ਬੁੱਕ ਉਹਦੇ ਹੱਥ ਵਿੱਚ ਹੀ ਹੈ, ਜਲ ਪੀਤਾ ਨਹੀਂ। ਉਹ ਕਾਂ ਕਹਿੰਦਾ ਕੀ ਕਰਦਾ? ਠਹਿਰ, ਕੀ ਕਰਦਾ? ਕਹਿੰਦਾ ਅੰਮ੍ਰਿਤ ਪੀਣਾ। ਕਹਿੰਦਾ ਵੇਖੀ ਕਿਤੇ ਪੀ ਲੈ, ਇਹੀ ਮੈਂ ਪੀਤਾ ਸੀ। ਕਹੋ ਸਤਨਾਮ ਸ੍ਰੀ। ਹੁਣ ਉਹਦੇ ਕੁਝ ਫੰਗ ਚੜੇ ਹੋਏ ਸੀ ਕਾਂ ਦੇ। ਇਹ ਸੀ ਪਰਮੇਸ਼ਰ ਦੀ ਪ੍ਰੀਖਿਆ, ਵੀ ਦੇਖਾਂ ਭਲਾ ਇਹ ਜਿਸ ਤਰ੍ਹਾਂ ਪਿੱਛੇ 84 ਵੇਲੇ ਰੌਲਾ ਚੱਲਿਆ, ਜਿਹੜੇ ਬੱਚੇ ਅੰਮ੍ਰਿਤ ਛਕਣ ਲੱਗੇ ਤੇ ਮਾਂ ਪਿਓ ਕਹਿੰਦੇ ਪੁੱਤ ਆ ਕੀ ਕਰ ਲਿਆ ਤੂੰ? ਕਾਂ ਨੂੰ ਛਕ ਲਿਆ ਤਾਂ ਬਹੁਤ ਔਖਾ ਹੈ, ਬੜੇ ਤਕਲੀਫਾਂ ਆਉਂਦੀਆਂ, ਬੜੇ ਦੁੱਖ ਆਉਂਦੇ ਆ। ਪਰਮੇਸ਼ਰ ਨੇ ਉਹ ਰਾਜੇ ਨੂੰ ਦੁੱਖ ਦਿਖਾਇਆ ਤੇ ਸੁਣ ਕੇ ਕਾਂ ਦੀ ਗੱਲ ਕਹਿੰਦਾ ਮੈਂ ਵੀ ਇਹੀ ਪੀਤਾ ਸੀ, ਮੇਰੇ ਸਾਰੇ ਫੰਗ ਝੜ ਗਏ। ਤੇ ਫੰਗ ਤਾਂ ਝੜਨਗੇ ਹੀ, ਮੋਹ ਦੇ, ਮਮਤਾ ਦੇ, ਸੰਸਾਰ ਦੇ ਸੰਬੰਧਾਂ ਦੇ, ਸਭ ਟੁੱਟ ਜਾਣਗੇ ਇੱਕ ਵਾਰੀ, ਕਈ ਵਾਰੀ ਕਹਿੰਦੇ। ਕਿਉਂਕਿ ਅੰਮ੍ਰਿਤ ਛਕਣ ਵਾਲੇ ਨੂੰ ਲੋਕ ਸਮਝਦੇ ਆ ਕਿ ਤੇ ਬੜੇ ਦੁੱਖ ਆਉਂਦੇ ਆ, ਤਕਲੀਫਾਂ ਬੜੀਆਂ ਆਉਂਦੀਆਂ। ਪਰ ਅੰਮ੍ਰਿਤ ਛਕਣਾ ਤੇ ਅੰਮ੍ਰਿਤ ਨੂੰ ਰੱਖਣਾ ਕੋਈ ਸੌਖੀ ਜਿਹੀ ਗੱਲ ਨਹੀਂ, ਤੇ ਮਿਲਦਾ ਵੀ ਹਰੇਕ ਨੂੰ ਨਹੀਂ। ਤੇ ਰਾਜੇ ਸਿਕੰਦਰ ਨੇ ਉਹ ਭਰਿਆ ਹੋਇਆ ਬੁੱਕ ਉੱਥੇ ਹੀ ਡੋਲਤਾ, ਕਿਉਂਕਿ ਦੁਨੀਆ ਸੁੱਖ ਭਾਲਦੀ ਹੈ ਤੇ ਗੁਰੂ ਸੁੱਖ ਤਾਂ ਦਿੰਦਾ ਹੈ, ਆਤਮਿਕ ਸੁੱਖ ਦਿੰਦਾ ਹੈ। ਪਰ ਉਹ ਰਾਜਾ ਉਹ ਅੰਮ੍ਰਿਤ ਪੀ ਨਹੀਂ ਸਕਿਆ। ਹੁਣ ਜੇ ਕੋਈ ਇਹ ਸੋਚੇ, ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਰੀਸਾਂ ਕਰਦੇ ਹੈ, ਰੀਸਾਂ ਕਰਕੇ ਉਸ ਅੰਮ੍ਰਿਤ ਦੀ ਗੱਲ ਕਰਦੇ ਆ ਵੀ ਸਾਡੇ ਕੋਲ ਵੀ ਅੰਮ੍ਰਿਤ ਹੈਗਾ। ਪਰ ਉਹ ਆਪਣੇ ਪੈਰੋਕਾਰਾਂ ਨੂੰ, ਆਪਣੇ ਚੇਲਿਆਂ ਨੂੰ, ਆਪਣੇ ਨਾਲ ਜੁੜਿਆ ਹੋਇਆਂ ਨੂੰ ਲਾਲਚ ਦਿੰਦੇ ਆ ਵੀ ਅਸੀਂ ਜਿਹੜਾ ਹੈ ਤੁਹਾਨੂੰ ਆਹ ਦੇਵਾਂਗੇ, ਕੋਠੀ ਪਾ ਦਿਆਂਗੇ, ਕੋਠਾ ਪਾ ਦਿਆਂਗੇ, ਤੁਹਾਡੀ ਕੁੜੀਆਂ ਨੂੰ ਵਿਆਹ ਦਿਆਂਗੇ, ਮੁੰਡਿਆਂ ਨੂੰ ਵਿਆਹ ਦਿਆਂਗੇ। ਗੁਰੂ ਇਹ ਲਾਲਚ ਨਹੀਂ ਦਿੰਦਾ। ਗੁਰੂ ਤਾਂ ਪਹਿਲਾਂ ਦੁੱਖ ਵਿਖਾਉਂਦਾ, ਜਿਵੇਂ ਭਾਈ ਮਰਦਾਨੇ ਨੂੰ ਵਿਖਾਈ। ਮਰਦਾਨੇ ਨੇ ਰਬਾਬ ਵਜਾਈ, ਬਾਬੇ ਨਾਨਕ ਨੇ ਧਿਆਨ ਜੋੜ ਲਿਆ, 3 ਦਿਨ ਖੋਲ੍ਹਿਆ ਹੀ ਨਹੀਂਗਾ। ਮਰਦਾਨਾ ਬੈਠਾ ਉਡੀਕਦਾ ਰਿਹਾ ਕਦੋਂ ਅੱਖਾਂ ਖੋਲ੍ਹਣ ਤੇ ਮੈਂ ਉੱਠਾਂ। ਤੇ ਜਿਸ ਵੇਲੇ ਤੀਜੇ ਦਿਨ ਬਾਬੇ ਨਾਨਕ ਨੇ ਨੇਤਰ ਖੋਲ੍ਹੇ, ਮਰਦਾਨਾ ਕਹਿੰਦਾ ਜੀ ਆਹ ਫੜੋ ਰਬਾਬ ਤੇ ਮੈਂ ਚੱਲਿਆ। ਕਿਉਂ, ਕੀ ਹੋ ਗਿਆ? ਕਹਿੰਦਾ ਤੁਸੀਂ ਤਾਂ ਧਿਆਨ ਜੋੜ ਕੇ ਬਹਿ ਗਏ, 3 ਦਿਨ ਹੋ ਗਏ, ਮੈਂ ਤਾਂ ਭੁੱਖਾ ਹੀ ਇੱਥੇ ਬੈਠਾ, ਉੱਥੋਂ ਪਾਣੀ ਪੀ ਕੇ ਆੜ ਤੋਂ ਟਾਈਮ ਟਪਾਈ ਜਾਂਦਾ। ਤੁਸੀਂ ਤਾਂ ਨੇਤਰ ਨਹੀਂ ਖੋਲ੍ਹੇ ਮੁੜ ਕੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਮੇਰੇ ਨਾਲ ਤਾਂ ਫਿਰ ਇੱਦਾਂ ਹੀ ਰਹਿਣਾ ਪੈਣਾ, ਕਦੇ ਮਿਲ ਗਈ ਕਦੇ ਨਾ ਮਿਲ ਗਈ। ਕਹੋ ਸਤਨਾਮ ਸ੍ਰੀ। ਜੇ ਮੇਰੇ ਨਾਲ ਰਹਿਣਾ ਹੈ ਤੇ ਫਿਰ ਇੱਦਾਂ ਹੀ ਰਹਿਣਾ ਪੈਣਾ। ਕੋਈ ਜ਼ਰੂਰੀ ਨਹੀਂ ਕਿ ਰੋਜ਼ ਪ੍ਰਸ਼ਾਦਾ ਮਿਲ ਜੇ, ਭੁੱਖੇ ਵੀ ਰਹਿਣਾ ਪੈ ਸਕਦਾ।
ਆਨੰਦਪੁਰ ਸਾਹਿਬ ਦੇ ਵਿੱਚ ਪਾਤਸ਼ਾਹ ਨੇ 6 ਮਹੀਨੇ 7 ਮਹੀਨੇ ਸਿੰਘਾਂ ਨੂੰ ਭੁੱਖੇ ਹੀ ਰੱਖਿਆ। ਕੀ ਨਹੀਂ ਸੀ ਕਰ ਸਕਦੇ, ਪਰ ਮੇਰਾ ਗੁਰੂ ਲਾਲਚ ਨਹੀਂ ਦਿੰਦਾ ਕਿਸੇ ਨੂੰ ਸੁੱਖਾਂ ਦਾ, ਸਵਰਗਾਂ ਦਾ ਲਾਲਚ ਨਹੀਂ ਦਿੰਦਾ ਗਾ। ਇਸ ਕਰਕੇ ਗੁਰੂ ਪਿਆਰਿਓ, ਭਾਈ ਮਰਦਾਨਾ ਕਹਿੰਦਾ ਜੀ ਮੈਥੋਂ ਤਾਂ ਇਹ ਕੱਟਿਆ ਨਹੀਂ ਜਾਣਾ। ਕਹਿੰਦੇ ਵੀ ਨਹੀਂ ਕੱਟਿਆ ਜਾਣਾ, ਫਿਰ ਆਪਦੇ ਪਿੰਡ ਵਗ ਜਾ ਤਲਵੰਡੀ। ਫਿਰ ਬਾਪੂ ਮਹਿਤਾ ਕਾਲੂ ਕੋਲੇ ਵਗ ਜਾ ਪਿੰਡ, ਉੱਥੋਂ ਰੋਜ਼ ਖਾ ਲਿਆ ਕਰੀ, ਮੇਰੇ ਨਾਲ ਤਾਂ ਐਂ ਰਹਿਣਾ ਪਊਗਾ। ਪਰ ਬਾਬੇ ਨਾਨਕ ਨੇ ਮਰਦਾਨੇ ਦਾ ਮਨ ਐਸਾ ਮੋਹ ਲਿਆ, ਨਾ ਮਰਦਾਨੇ ਦਾ ਜਾਣ ਨੂੰ ਜੀ ਕਰਦਾ। ਕੋ ਸਤਨਾਮ ਸ੍ਰੀ। ਤੇ ਜਿਸ ਵੇਲੇ ਭਾਈ ਮਰਦਾਨਾ ਜੀ ਇਹ ਕਹਿ ਕੇ ਆਏ ਕਿ ਮੈਂ ਤਾਂ ਤਲਵੰਡੀ ਚੱਲੇ ਹਾਂ, ਤੇ ਬੇਬੇ ਨਾਨਕੀ ਕੋਲੇ ਆ ਗਏ। ਕਹਿੰਦੇ ਭੈਣੇ ਆਹ ਫੜ ਰਬਾਬ। ਕਿਉਂ ਕੀ ਹੋ ਗਿਆ ਵੀਰੇ? ਕਹਿੰਦਾ ਮੈਂ ਤਾਂ ਪਿੰਡ ਜਾਂਦੇ ਆ। ਕਹਿੰਦੇ ਕਿਉਂ? ਕਹਿੰਦੇ ਨਾਨਕ ਤਾਂ 3-3 ਦਿਨ ਸਮਾਧੀ ਨਹੀਂ ਖੋਲ੍ਹਦਾ, ਤੇ ਮੈਨੂੰ ਤਾਂ ਭੁੱਖ ਲੱਗਦੀ ਆ। ਧਿਆਨ ਦਿਓ। ਤਾਂ ਗੁਰੂ ਪਿਆਰਿਓ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਕਹਿੰਦੇ ਵੀਰਾ ਤੂੰ ਆਏ ਨਾ ਕਰ, ਰੋਟੀ ਦੀ ਕਿਹੜੀ ਗੱਲ ਹੈ, ਨੇੜੇ ਹੋਵੇ ਤੇ ਘਰੇ ਖਾ ਜਿਆ ਕਰ, ਦੂਰ ਜਾਵੇਂ ਤੇ ਇਹ 20 ਰੁਪਈਏ ਰੱਖ ਲਾ ਜੇਬ 'ਚ। ਪਰ ਬਾਬੇ ਨਾਨਕ ਨੇ ਉਹ 20 ਰੁਪਈਏ ਵੀ ਜੇਬ 'ਚ ਨਹੀਂ ਰੱਖਣ ਦਿੱਤੇ। ਕਹਿੰਦੇ ਜਾ ਭੈਣ ਨੂੰ ਮੋੜ ਕੇ ਆ, ਜੇ ਮੇਰੇ ਨਾਲ ਰਹਿਣਾ ਤੇ ਰੱਬ ਦੇ ਆਸਰੇ ਕਰਤਾਰ ਦੇ ਆਸਰੇ ਚੱਲਣਾ ਪਊਗਾ। ਕਹੋ ਸਤਨਾਮ ਸ੍ਰੀ। ਮਾਇਆ ਦੇ ਆਸਰੇ ਨਹੀਂ ਚੱਲਿਆ। ਇਹ ਅੰਮ੍ਰਿਤ ਹੈ ਜਿਹੜਾ, ਇਹ ਇੱਦਾਂ ਦਾ ਹੈ। ਅੰਮ੍ਰਿਤ ਸਾਡੀ ਜ਼ਿੰਦਗੀ ਵਧੀਆ ਬਣਾਉਂਦਾ ਹੈ। ਮੈਂ ਤੁਹਾਨੂੰ ਅੰਮ੍ਰਿਤ ਦੇ ਨੁਕਸ ਨਹੀਂ ਦੱਸ ਰਿਹਾ, ਪਰ ਅੰਮ੍ਰਿਤ ਦੀ ਗੱਲ ਹੈ ਕਿ ਪੀਣਾ ਬਹੁਤ ਔਖਾ ਹੈ। ਅੰਮ੍ਰਿਤ ਦੇ ਬੜੇ ਅਰਥ ਹੈ, ਪਰ ਮੇਨ ਵਿੱਚ ਅੰਮ੍ਰਿਤ ਉਹੀ ਹੈ ਜਿਹੜਾ ਪਰਮੇਸ਼ਰ ਦਾ ਨਾਮ ਹੈ, ਜਿਸ ਤੋਂ ਅੰਮ੍ਰਿਤ ਦੀਆਂ ਬੂੰਦਾਂ ਬਣਦੀਆਂ। ਕੱਲ੍ਹ ਪੜ੍ਹਿਆ ਸੀ ਆਪਾਂ, ਅੰਮ੍ਰਿਤ ਨਾਮ ਮਨ ਵਸਾਏ। ਜਦੋਂ ਇਹ ਪਰਮੇਸ਼ਰ ਦਾ ਨਾਮ ਅੰਮ੍ਰਿਤਮਈ ਜਿਹੜਾ ਮਿਰਤੂ ਤੋਂ ਬਾਹਰ ਕੱਢਣ ਵਾਲਾ ਕਿਸੇ ਦੇ ਹਿਰਦੇ ਵਿੱਚ ਵਸ ਜਾਵੇ, ਅੰਮ੍ਰਿਤ ਨਾਮ ਮਨ ਵਸਾਏ, ਹਉ ਮੈਂ ਮੇਰਾ ਸਭ ਦੁੱਖ ਗਵਾਏ। ਤਾਂ ਇਹਦੇ ਅੰਦਰੋਂ ਮੈਂ ਮੇਰੀ ਆਸ਼ਾ ਤ੍ਰਿਸ਼ਨਾ ਵਿਸ਼ੇ ਵਿਕਾਰ ਇਹ ਸਭ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ। ਨਿਰਲੇਪ ਹੋ ਜਾਂਦਾ, ਇਕੱਲਾ ਹੋ ਜਾਂਦਾ, ਇਕੱਲੇ ਨਾਲ ਜੁੜ ਜਾਂਦਾ ਪਰਮੇਸ਼ਰ ਨਾਲ। ਇਸ ਕਰਕੇ ਹਉ ਮੈਂ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ। ਅੰਮ੍ਰਿਤ ਅੰਮ੍ਰਿਤ ਪਾਵਣਿਆ। ਜਦੋਂ ਉਹ ਅੰਮ੍ਰਿਤ ਦੀ ਬੂੰਦ ਮਿਲ ਗਈ ਨਾ, ਫਿਰ ਪਰਮੇਸ਼ਰ ਦੀ ਗੁਰੂ ਦੀ ਸਿਫਤ ਕਰਨੀ ਬੜੀ ਚੰਗੀ ਲੱਗੇਗੀ। ਜਿਨ੍ਹਾਂ ਨੇ ਉਹ ਕਿਣਕਾ ਪੀਤਾ ਨਾ, ਕਿਣਕਾ ਏਕ ਜੇ ਜੀਵ ਸਾਵੇ, ਉਹ ਕਿਣਕਾ ਹੈ ਇੱਕੋ ਹੀ ਬੂੰਦ ਮਿਲਦੀ ਆ ਉਹ। ਤੇ ਸਿਮਰਨ ਕਰ ਕਰਕੇ ਸਾਡੇ ਦਿਮਾਗ ਦੇ ਵਿੱਚ ਹੀ ਤਿਆਰ ਹੁੰਦੀ ਆ ਉਹ। ਸਿਮਰਨ ਕਰਕੇ ਅੰਦਰ ਹੀ ਤਿਆਰ ਹੁੰਦੀ ਆ ਦਿਮਾਗ ਦੇ ਵਿੱਚ ਮਨੁੱਖ ਦੇ। ਸਾਇੰਟੀਫਿਕ ਢੰਗ ਨਾਲ ਵੀ ਜੇ ਸਮਝਾਵਾਂ, ਜਿਵੇਂ ਸਾਡੀ 10ਵੀਂ ਦੀ ਕਿਤਾਬ ਵਿੱਚ ਇੱਕ ਸਵਾਲ ਹੁੰਦਾ ਸੀ, H2O ਹਾਈਡਰੋਜਨ ਪਲੱਸ ਆਕਸੀਜਨ ਬਰਾਬਰ ਪਾਣੀ। ਦੋ ਗੈਸਾਂ ਜਦ ਮਿਲਦੀਆਂ, ਹਾਈਡਰੋਜਨ ਤੇ ਆਕਸੀਜਨ ਤੇ ਪਾਣੀ ਬਣ ਜਾਂਦਾ। ਹੁਣ ਸਾਡੇ ਅੰਦਰ ਇਹ ਗੈਸਾਂ ਹਨ, ਬਾਬਾ ਜੀ ਨੇ ਇਹਨਾਂ ਦੇ ਨਾਮ ਰੱਖਤੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ 5 ਗੈਸਾਂ ਗਰਮ, ਜਿਹੜੀਆਂ ਸਾਡੇ ਸਰੀਰ ਦੇ ਖੂਨ ਨੂੰ ਤੇਜ਼ ਕਰਦੀਆਂ। ਇਹ 5 ਗੈਸਾਂ ਨੇ। ਤੇ ਇੱਕ ਗੈਸ ਅਸੀਂ ਕੁਦਰਤ ਚੋਂ ਲੈਂਦੇ ਹਾਂ, ਆਕਸੀਜਨ। ਆਕਸੀਜਨ ਸਵਾਸਾਂ ਦੀ ਗੈਸ ਲੈ ਕਰਕੇ ਅਸੀਂ ਫੇਫੜਿਆਂ ਵੱਲ ਜਾਂਦੇ ਹਾਂ। ਫੇਫੜਿਆਂ ਵਿੱਚ ਜਾ ਕੇ ਉਹ ਛਾਣੀ ਜਾਂਦੀ ਹੈ, ਪੁਣੀ ਜਾਂਦੀ ਹੈ, ਤੇ ਸਾਰੇ ਸਰੀਰ ਦੇ ਵਿੱਚ ਉਹ ਕੰਮ ਕਰਦੀ ਹੈ। ਅੱਖਾਂ ਨੂੰ ਖੋਲ੍ਹਣਾ, ਬੋਲਣਾ, ਕੰਨਾਂ ਨਾਲ ਸੁਣਨਾ, ਇਹ ਸਾਰੇ ਆਕਸੀਜਨ ਕਰਕੇ ਹੋ ਰਿਹਾ। ਜਿਹਦੇ ਸਵਾਸ ਨਾ ਆਇਆ ਨਾ, ਉਹਦੇ ਸਾਰੇ ਇੰਦਰੇ ਬੰਦ ਹੋ ਜਾਣਗੇ, ਕੰਮ ਕਰਨਾ ਛੱਡ ਦੇਣਗੇ। ਹੁਣ ਕੀ ਹੋਇਆ? ਜਦੋਂ ਅਸੀਂ ਸਿਮਰਨ ਕੀਤਾ, ਇਹ ਜਿਹੜਾ ਸਵਾਸ ਨਾਸਿਕਾ ਤੋਂ ਥੱਲੇ ਨੂੰ ਜਾ ਰਿਹਾ ਸੀਗਾ, ਵਿਰਾਗ ਦੇ ਵਿੱਚ ਐਸਾ ਹੌਂਕਾ ਆਇਆ ਜਿਵੇਂ ਕਿ ਵੀ ਜਵਾਕ ਸਾਹ ਚੜਾ ਜਾਂਦਾ। ਇਸੇ ਤਰ੍ਹਾਂ ਪਰਮੇਸ਼ਰ ਦੇ ਵਿਰਾਗੀਆਂ ਦੇ ਵੀ ਸਾਹ ਚੜ੍ਹਦੇ ਆ, ਤੇ ਉਹਦਾ ਸਵਾਸ ਜਿਹੜਾ ਉੱਪਰ ਚੜ੍ਹ ਜਾਂਦਾ ਦਿਮਾਗ ਨੂੰ। ਜਦ ਦਿਮਾਗ ਨੂੰ ਸਵਾਸ ਚੜ੍ਹ ਜਾਂਦਾ, ਤੇ ਉਹ ਆਕਸੀਜਨ ਜਾ ਕੇ ਇਹਨਾਂ ਗੈਸਾਂ 'ਚ ਟਕਰਾਉਂਦੀ ਆ, ਜਿਹੜੀਆਂ 5 ਗੈਸਾਂ ਗਰਮ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸਾਇੰਸ ਨੇ ਇਹਨਾਂ ਗੈਸਾਂ ਨੂੰ ਹਾਈਡਰੋਜਨ ਕਿਹਾ। ਕਹੋ ਸਤਨਾਮ ਸ੍ਰੀ।
ਸਾਇੰਸ ਨੇ ਇਹਨਾਂ ਗੈਸਾਂ ਨੂੰ ਹਾਈਡਰੋਜਨ ਤੇ ਸਵਾਸ ਵਾਲੀ ਨੂੰ ਆਕਸੀਜਨ ਕਿਹਾ। ਜਦੋਂ ਇਹ ਪੰਜਾਂ ਦੇ ਵਿੱਚ ਜਾ ਕੇ ਸਵਾਸਾਂ ਵਾਲੀ ਆਕਸੀਜਨ ਵੱਜਦੀ ਆ, ਪਰ ਜਾਊਗੀ ਇਹ ਸਿਮਨ ਕਰਿਆ, ਐਵੇਂ ਲੰਘਦੀ ਨਹੀਂ ਇਹ ਤਾਂ। ਏੜਾ ਪਿੰਗਲਾ ਔਰ ਸੁਖਮਨਾ ਤੀਨ ਵਸੇ ਇੱਕ ਠਾਈ, ਬੇਣੀ ਸੰਗਮ ਤਹਿ ਪਿਰਾਗਮਨ ਮੱਜਨ ਕਰੇ ਤਥਾਈ, ਸੰਤੋ ਤਹਾਂ ਨਿਰੰਜਨ ਰਾਮ ਹੈ। ਉਹ ਬਰੀਕ ਰਸਤਾ ਸਾਡੇ ਮੱਥੇ ਵਿੱਚੋਂ ਦੀ ਹੋ ਕੇ ਜਾਂਦਾ ਹੈ, ਉੱਥੋਂ ਦੀ ਇਹ ਸਵਾਸ ਨੇ ਤਾਹਾਂ ਚੜ੍ਹਨਾ ਹੈ, ਪਰ ਉੱਥੋਂ ਦੀ ਚੜ੍ਹੂਗਾ ਸਿਮਨ ਕਰਿਆ, ਬਿਨਾਂ ਸਿਮਨ ਤੋਂ ਚੱਪ ਨਹੀਂ ਸਕਦਾ ਉੱਥੋਂ ਦੀ। ਤੇ ਜਦੋਂ ਇਹ ਟੱਪ ਗਈ ਸਵਾਸ, ਉੱਥੋਂ ਦੀ ਟੱਪ ਗਿਆ, ਤੇ ਫਿਰ ਜਿਹੜੀਆਂ ਦਿਮਾਗ ਨੂੰ ਗੈਸਾਂ ਚੜ੍ਹੀਆਂ ਪੰਜੇ ਵਿਕਾਰਾਂ ਦੀਆਂ, ਇਹਨਾਂ ਵਿੱਚ ਵੱਜ ਕੇ ਉਹਨਾਂ ਨੂੰ ਪਾਣੀ ਬਣਾ ਦੇਣਾ, ਤਾਈਓ ਤਾਂ ਹੰਕਾਰ ਖਤਮ ਹੋਇਆ। ਪੜ੍ਹੋ ਨਾ ਪਹਿਲੀ ਪੰਕਤੀ, ਅੰਮ੍ਰਿਤ ਨਾਮ ਮਨ ਵਸਾਏ, ਹਉ ਮੈਂ ਮੇਰਾ ਸਭ ਦੁੱਖ ਗਵਾਏ। ਇਹ ਸਾਇੰਟੀਫਿਕ ਢੰਗ ਨਾਲ ਸਮਝੀਏ, ਜਦੋਂ ਉਹ ਗੈਸਾਂ ਖਤਮ ਹੋ ਗਈਆਂ, ਹੰਕਾਰ ਖਤਮ ਹੋ ਗਿਆ, ਕਾਮ ਖਤਮ ਹੋ ਗਿਆ, ਕ੍ਰੋਧ ਖਤਮ ਹੋ ਗਿਆ, ਲੋਭ ਖਤਮ ਹੋ ਗਿਆ, ਮੋਹ ਖਤਮ ਹੋ ਗਿਆ, ਪਰ ਖਤਮ ਹੋ ਕੇ ਕਿਧਰੇ ਨਿਕਲ ਨਹੀਂ ਗਿਆ, ਉਹ ਕਨਵਰਟ ਹੋ ਗਿਆ। ਜਿਵੇਂ ਹਵਾ ਤੋਂ ਪਾਣੀ ਬਣਿਆ, ਪਾਣੀ ਤੋਂ ਬਰਫ਼ ਬਣੀ, ਬਰਫ਼ ਨੂੰ ਧੁੱਪ ਲੱਗੀ ਵਾਪਸ ਪਾਣੀ ਬਣ ਗਿਆ, ਹੋਰ ਧੁੱਪ ਲੱਗੀ ਭਾਫ ਬਣ ਕੇ ਫਿਰ ਹਵਾ ਬਣ ਗਿਆ। ਕਹੋ ਸਤਿਨਾਮ ਸ੍ਰੀ। ਇਸੇ ਤਰ੍ਹਾਂ ਹੀ ਉਹ ਜਿਹੜੇ ਪੰਜ ਗੈਸਾਂ ਬਣ ਗਈਆਂ ਨਾ ਪੰਜਾਂ ਵਿਕਾਰਾਂ ਦੀਆਂ, ਉਹ ਨਾਨਾ ਕਨਵਰਟ ਹੋ ਕੇ ਅੰਮ੍ਰਿਤ ਬਣ ਗਿਆ। ਜਿਵੇਂ ਪਾਰਾ ਕੋਈ ਕੱਚਾ ਖਾ ਲਵੇ ਤੇ ਜੁਗਣਾ 'ਚ ਬਹਿ ਕੇ ਦਰਦ ਕਰਦਾ ਹੈ, ਉਸੇ ਪਾਰੇ ਨੂੰ ਵੈਦ ਲੋਕ ਮਾਰ ਕੇ ਦਵਾਈ ਬਣਾ ਦੇਣ ਤੇ ਦਰਦਾਂ ਨੂੰ ਖਤਮ ਕਰਦਾ। ਗੈਸਾਂ ਉਹੀ ਹੈ ਪੰਜੇ, ਗੁਰੂ ਸਾਹਿਬ ਨੇ ਕਨਵਰਟ ਕਰਤੀਆਂ, ਬਦਲ ਦਿੱਤਾ, ਉਹਨਾਂ ਦਾ ਸੁਭਾਅ ਬਦਲਤਾ। ਕਾਮ ਦੀ ਥਾਂ ਤੇ ਪ੍ਰੇਮ ਬਣ ਗਿਆ, ਮੋਹ ਦੀ ਥਾਂ ਤੇ ਪ੍ਰੇਮ ਬਣ ਗਿਆ, ਲੋਭ ਦੀ ਥਾਂ ਤੇ ਨਿਮਰਤਾ ਦਇਆ ਬਣ ਗਿਆ। ਕ੍ਰੋਧ ਜਿਹੜਾ ਹੈ ਆਪਣੇ ਔਗਣਾਂ ਤੇ ਆਉਣ ਲੱਗਿਆ, ਹੁਣ ਦੂਜੇ ਤੇ ਗੁੱਸਾ ਨਹੀਂ ਆਉਂਦਾ। ਹੰਕਾਰ ਖਤਮ ਹੋ ਗਿਆ, ਫਿਰ ਉਹ ਅਮਰ ਦੀ ਬੂੰਦ ਮਿਲੀ। ਪੜ੍ਹੋ ਇੱਥੋਂ ਦੁਬਾਰਾ ਫਿਰ, ਅੰਮ੍ਰਿਤ ਨਾਮ ਮਨ ਵਸਾਏ, ਹਉ ਮੈਂ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਜਿਨ੍ਹਾਂ ਨੇ ਅੰਮ੍ਰਿਤ ਨੂੰ ਪਾਇਆ ਉਹਨਾਂ ਦੇ ਅੰਦਰ ਮਿਰਤੂ ਜਿਹੜੀ ਆ ਉਹ ਭੱਜ ਗਈ। ਉੱਠ ਵੰਝੋ ਕਿਲ ਵਿਖੋ ਕਰਤਾ ਘਰ ਆਇਆ। ਜਦੋਂ ਸਿਮਰਨ ਕੀਤਾ ਤੇ ਇਹਨਾਂ ਪੰਜਾਂ ਵਿਕਾਰਾਂ ਦਾ ਸੁਭਾਅ ਬਦਲ ਗਿਆ। ਸਾਇੰਟੀਫਿਕ ਢੰਗ ਨਾਲ ਸਮਝੀਏ, ਸਾਇੰਸ ਦੇ ਢੰਗ ਨਾਲ ਸਮਝੀਏ ਆਪਾਂ, ਕਿਉਂਕਿ ਬਾਣੀ ਜਿਹੜੀ ਹੈ ਨਾ, ਇਹਨੂੰ ਸਾਇੰਸ ਵੀ ਚੈਲੰਜ ਨਹੀਂ ਕਰ ਸਕਦੀ। ਗੁਰੂ ਸਾਹਿਬ ਨੇ ਇਸ ਢੰਗ ਦੇ ਨਾਲ ਬਾਣੀ ਉਚਾਰਨ ਕੀਤੀ ਆ। ਆਪਾਂ ਤੀਸਰਾ ਪਦਾ ਪੜ੍ਹਿਆ ਸੀਗਾ, ਜਦੋਂ ਕੋਈ ਸਿਮਰਨ ਕਰੇਗਾ, ਅੰਮ੍ਰਿਤ ਰੰਗ ਰਤਾ ਲਿਵ ਲਾਏ, ਉਹਦਾ ਧਿਆਨ ਜੁੜੇਗਾ, ਉਹਦੀ ਲਿਵ ਲੱਗੇਗੀ, ਉਹ ਸਿਮਰਨ ਵਿੱਚ ਜਾਵੇਗਾ। ਮ੍ਰਿਤੂ ਤੋਂ ਬਾਹਰ ਹੋ ਗਿਆ। ਮ੍ਰਿਤੂ ਦਾ ਡਰ ਕਰਕੇ ਹੀ ਬੰਦਾ ਭਟਕਦਾ ਫਿਰਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਕੀਤਾ, ਆਪਣੇ ਸਿੰਘਾਂ ਨੂੰ ਦੱਸਤਾ ਵੀ ਮੌਤ ਕੁਛ ਵੀ ਨਹੀਂ ਹੈ, ਤੁਹਾਨੂੰ ਮੌਤ ਆ ਹੀ ਨਹੀਂ ਸਕਦੀ। ਹੁਣ ਇਹਦਾ ਮਤਲਬ ਸਿੰਘ ਸ਼ਹੀਦ ਨਹੀਂ ਹੋਏ, ਜੰਗਾਂ 'ਚ ਹੋਏ ਆ, ਪਰ ਉਹਨਾਂ ਨੂੰ ਇਹ ਦੱਸਤਾ ਕਿ ਮੌਤ ਕੋਈ ਖਾਤਮਾ ਨਹੀਂ ਹੈ, ਮੌਤ ਤੋਂ ਬਾਅਦ ਤੁਸੀਂ ਮੇਰੇ ਕੋਲ ਮੇਰੇ ਘਰੇ ਆਓਗੇ। ਕਹੋ ਸਤਿਨਾਮ। ਸੰਸਾਰ ਨੂੰ ਛੱਡ ਕੇ ਮੈਂ ਦੋ ਦੇਸ਼ਾਂ ਦਾ ਵਾਸੀ ਹਾਂ, ਮੈਂ ਦੋਨਾਂ ਲੋਕਾਂ ਦਾ ਵਾਸੀ ਹਾਂ, ਮਾਤ ਲੋਕ ਦਾ ਵੀ ਤੇ ਪਰਲੋਕ ਦਾ ਵੀ, ਸੱਚਖੰਡ ਦਾ ਵੀ। ਜੇ ਤੁਸੀਂ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਜਾਂਦੇ ਹੋ ਤਾਂ ਮੇਰੇ ਵਿੱਚ ਮਿਲੋਗੇ। ਤਾਂ ਉਹਨਾਂ ਸਿੰਘਾਂ ਦਾ ਮੌਤ ਦਾ ਖਤਰਾ ਖਤਮ ਹੋ ਗਿਆ। ਤੇ ਫਿਰ ਉਹਨਾਂ ਦੀ ਤਲਵਾਰ ਜਿਹੜੀ ਚੱਲੀ, ਦੁਸ਼ਮਣ ਵੀ ਵਾਹ ਵਾਹ ਕਰ ਉੱਠਿਆ, ਅਸ਼ ਕਰ ਉੱਠਿਆ। ਬਾਈ ਵਾਹ ਬਾਈ ਵਾਹ, ਪਤਾ ਨਹੀਂ ਗੁਰੂ ਸਾਹਿਬ ਨੇ ਕੀ ਘੋਲ ਕੇ ਚ ਬਾਟੇ 'ਚ ਪਿਆ ਤਾ ਇਹਨਾਂ ਨੂੰ, ਕਮਾਲ ਹੋ ਗਈ। ਇਹਨਾਂ ਦੀ ਤਲਵਾਰ ਜਿਹੜੀ ਆ ਸਾਡੇ ਫੌਜੀਆਂ ਤੋਂ ਲਹਿਦੇ ਚੱਲਦੀ ਹੈ, ਕਿਉਂਕਿ ਉਹਨਾਂ ਦੇ ਫੌਜੀ ਮੌਤ ਤੋਂ ਡਰਦੇ ਹੋਏ ਚਲਾਉਂਦੇ ਆ। ਗੁਰੂ ਕੇ ਸਿੰਘ ਤਲੀ ਤੇ ਮੌਤ ਨੂੰ ਧਰ ਕੇ ਚਲਾਉਂਦੇ ਆ, ਜਿਵੇਂ ਬਾਬਾ ਦੀਪ ਸਿੰਘ ਨੇ ਚਲਾਇਆ ਖੰਡਾ। ਕਹੋ ਸਤਿਨਾਮ ਸ੍ਰੀ। ਖੈਰ ਅਗਲਾ ਪਦਾ ਪੜ੍ਹ ਗਏ ਆਪਾਂ ਤੀਸਰਾ, ਅੰਮ੍ਰਿਤ ਰੰਗ ਰਤਾ ਲਿਵ ਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ। ਗੁਰੂ ਦੀ ਕਿਰਪਾ ਨਾਲ ਹੀ ਮੌਤ ਦੀ ਸਮਝ ਆਉਣੀ ਹੈ, ਮੌਤ ਕੀ ਹੈ।
कबीर साहब जी कहते दुनिया मरी जाती है पर मरना आया नहीं। कबीर मरता मरता जग मुआ मर भी न जाने कोए, ऐसे मरने जो मरा बहुर न मरना होए। क्या जाना क्यों मरांगे, मौत जदों आऊगी पता नहीं कित्थे आउणी है किवें आउणी है। क्या जाना कि मरांगे कैसा मरना होए, जेकर साहिब मनो ना विसरे ते सहला मरना होए। जे किते मरन वेले परमेश्वर याद आवे तो साडी मौत भी वधिया हो सकती है, पर मरन वेले परमेश्वर उन्हां दे याद आऊगा जिहड़े जिंदगी भी याद करनगे। जिन्हां ने बच्चों नूं याद किया मरन वेले बच्चे याद करनगे। जिन्हां नूं कोठियां नाल मोह है वो कोठियां याद करनगे। जिन्हों घर वाली इस्त्री मनुखता नाल मोह है वो उसनूं याद करूगा। ये तो जिन्हें जिंदगी में परमेश्वर नूं याद किया हो उसे दे परमेश्वर याद आऊगा। अमृत गुर प्रसादी पाए ऐसी मौत, मौत तो बाहर कढ़न वाला अमृत जिहड़ा है वह गुरु की कृपा नाल मिलना है। अमृत रस ना बोले दिन राती, जिहड़े हिरदे विचों कणी वस गई उहदी बोल बाणी विच भी मिठास आ गई, अमृत आ गया। अमृत रसना बोले दिन राती, उन्हां दी बोलबाणी दे विच उन्हां दे सुभाਅ विच भी अमृत वस गया। मन तानी अमृत पिया वणिया, जिथे वो पहला सिमन करके मन नूं अमृत पियाउंदे सी हुण वो अमृत तन विच भी आ गया। सिमन करन वालियां नूं हौली हौली ये भी इच्छा पैदा हुई कि गुरु कोले जाके हुण मोहर भी लवा लईए, अमृत भी छक लईए। वो भी ठीक है। सिमन करदियां करदियां अंदरों जदों कन्वर्ट होया साडे पंजां विकारां ने आक्सीजन विच टकरा के पानी बनिया, वो अमृत है। वो एक बूंद जे किसी नूं मिल गई ना, जिहड़ी दिमाग चों डिगदी है, सिर चों डिगदी है, 10वें द्वार चों डिगदी है ते गले विचों हुंदी होई थले गले विच कां एक कां चों निकलदी होई गले दे विच दी हुंदी होई हिरदे विच जांदी है। ओह अमृत दी बूंद रावण भी पी गया सी, को सतनाम सी। ओहदी धुनी विच पहुँच गया सी अमृत, ओहदी नाभि विच पहुँच गया सी। नाभि विच ही जांदा है, उत्तों डिग के नाभि विच आउंदा है। ते नाभि जिहड़ी है साडे शरीर का सेंटर पॉइंट है। जिन्हां दी नाभि हल जावे धरन पै जावे, धरन पै जाती है ना, वो नाभि गांभशा हो जाती है विचों, तो शरीर के पैर तो लैके सिर तक डिफैक्ट पै जाता, ना भुख लगती है ना हड्ड पैर दुखनों हटते हैं। फिर सियाणे बंदे उन्होंने जानने वाले वो पॉइंट नूं विचाले करते हैं। इन्हां नूं 6 केंद्र भी कहा शरीर के, को सतनाम शरीर। नाभि दे विच धरन पैंदी है, थल्ले ढुडरी पैंदी है, गले विच गले पैंदे है, इत्थे छाती विच भी एक डिफैक्ट पैंदा है। पुराने वैद लोग इन्हां 6 केंद्रां नूं सिद्धे कर लैंदे सी, को सतनाम सी, ते बंदा ठीक हो जाता सी बिना दवाई तो। अजकल दे डॉक्टर लोग दवाइयां नाल सिद्धे करते हैं। तो यह 6 चक्कर हैं साडे अंदर। इन्हां 6 चक्रां विच साडा मन तुरिया फिरदा रहिंदा है। जदों इन्हां 6 चक्रां डिफैक्ट पैंदा तो फिर बंदा बीमार हुंदा है, को सतनाम सी। ते नाम जपण वालियां दा नाम जपण दे नाल 6 चक्कर सिद्धे हो जाते, वो बीमार नहीं होंदे फिर, को सतनाम सी। इसे करके नाम जिहड़ा साडे शरीर नूं सुख दिंदा है कि वो 6 चक्रां नूं सिद्धे करी रखदा, वो विंगे होण ही नहीं दिंदा। तो मेरे प्रीतम जी कहंदे अमृत कथा कहे सदा दिन राती, अवरा आख सुनावणिया। अमृत रंग रता लिव लाए, अमृत गुर प्रसादी पाए। अमृत रसना बोलिया दिन राती, मन तन अमृत पी आवणिया। उन्हां दे जिथे पहला मन सिमन करके अमृत पींदा सी, वो सच्ची मुच्ची अमृत बन के तन विच भी आ गया, को सतनाम सी। शरीर का सुभाव भी बदल गया। साडे कर्म इंद्रे ज्ञान इंद्रे ये भी सिद्धे हो गए। अखां चंगा देखदियां, रसना चंगा बोलदी है, कान चंगा सुनते हैं, हाथ सेवा करते हैं, पैर गुरु घर वाल जाते हैं, चंगे थां ते जाते हैं, को सतनाम सी। ये सारा कोई किहने सैट किया? ये भी उसे अमृत ने किया जिहड़ी अंदरों किणका मिले। किणका एक जे जीव सावै, ताकि महिमा गणी न आवै। कांखी एक है दर्श तिहारो, नानक उन संग मोहे उधारो।
ਕਾਂਖੀ, ਮੈਨੂੰ ਇੱਛਾ ਹੈ ਉਹਨਾਂ ਦੇ ਮਿਲਣ ਦੀ ਜਿਨ੍ਹਾਂ ਨੂੰ ਉਹ ਬੂੰਦ ਮਿਲੀ ਹੋਈ ਆ। ਤੇ ਉਹ ਬੂੰਦ ਬਿਰਲਿਆਂ ਨੂੰ ਮਿਲਦੀ ਅੰਦਰੋਂ ਹੀ ਆ, ਅੰਦਰੀ ਫੈਕਟਰੀ ਲੱਗੀ ਹੋਈ ਆ, ਪਰ ਬਣਾਉਣੀ ਕਿਸੇ ਕਿਸੇ ਨੂੰ ਆਉਂਦੀ ਆ। ਕੋਈ ਨਾਮ ਜਪ ਕੇ ਬਣਦੀ ਆ, ਸਿਮਰਨ ਕਰੋਗੇ ਤੇ ਬਣ ਜੂਗੀ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ, ਮਨ ਤਨੀ ਅੰਮ੍ਰਿਤ ਪਿਆਵਣਿਆ, ਫਿਰ ਉਹ ਭਾਣੇ ਵਿੱਚ ਆ ਗਏ। ਜਦੋਂ ਉਹਨਾਂ ਦੇ ਅੰਦਰ ਇਹ ਬ੍ਰਹਮ ਗਿਆਨ ਪੈਦਾ ਹੋ ਗਿਆ, ਉਹ ਬੂੰਦ ਮਿਲ ਗਈ, ਉਹ ਭਾਣੇ ਵਿੱਚ ਵੀ ਆ ਗਏ। ਅਗਲੀ ਪੰਕਤੀ ਭਾਣੇ ਦੀ ਆ, ਸੋ ਕਿਛ ਕਰੈ ਜੋ ਚਿਤ ਨ ਹੋਈ। ਫਿਰ ਉਹ ਚੀਜ਼ ਵਰਤਦੀ ਆ ਜਿਹੜੀ ਮਨੁੱਖ ਨੂੰ ਪਤਾ ਨਹੀਂ ਹੁੰਦਾ, ਉਹਦੇ ਅੰਦਰ ਉਹ ਵਰਤ ਜਾਂਦੀ ਆ। ਚਿੱਤ ਚੇਤੇ ਨਹੀਂ ਹੁੰਦਾ ਵੀ ਐਂ ਵੀ ਹੋ ਸਕਦਾ ਯਾਰ, ਪਰ ਉਸ ਨੂੰ ਲੈ ਕੇ ਰੱਬ ਦੇ ਪਿਆਰੇ ਉਹ ਹੁਕਮ ਨੂੰ ਮੋੜਦੇ ਨੇ ਵੀ ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ। ਜਿਵੇਂ ਭਾਈ ਭਿਖਾਰੀ ਦੀ ਸਾਖੀ ਤੁਸੀਂ ਜਾਣਦੇ ਹੋ, ਮੈਂ ਜ਼ਿਆਦਾ ਰਿਪੀਟ ਨਾ ਕਰਾਂ। ਭਾਈ ਭਿਖਾਰੀ ਨੂੰ ਬ੍ਰਹਮ ਗਿਆਨ ਹੋ ਗਿਆ, ਉਹਨੂੰ ਪਹਿਲੇ ਪਤਾ ਲੱਗ ਗਿਆ ਵੀ ਮੇਰੇ ਲੜਕੇ ਦਾ ਵਿਆਹ ਹੋਣਾ ਤੇ ਅਗਲੇ ਦਿਨ ਲੜਕੇ ਨੇ ਮਰ ਜਾਣਾ। ਹੁਣ ਸਾਨੂੰ ਤਾਂ ਪਤਾ ਨਹੀਂ ਹੋਏਗਾ, ਸਾਡੇ ਅੰਦਰ ਇੰਨਾ ਗਿਆਨ ਨਹੀਂ ਹੈਗਾ, ਸਾਨੂੰ ਕੀ ਪਤਾ ਕੱਲ੍ਹ ਨੂੰ ਕੀ ਹੋਣਾ, ਪਰ ਭਿਖਾਰੀ ਜੀ ਨੂੰ ਪਤਾ ਲੱਗ ਗਿਆ। ਤੇ ਜਿਹੜਾ ਸਿੱਖ ਉਹਨਾਂ ਨੂੰ ਮਿਲਣ ਵਾਸਤੇ ਭੇਜਿਆ ਸੀ ਪੰਜਵੇਂ ਪਾਤਸ਼ਾਹ ਨੇ, ਉਸ ਨੂੰ ਜਦ ਜੱਜਮੈਂਟ ਕੀਤੀ ਜਾ ਕੇ, ਘਰ ਵਿੱਚ ਵਿਆਹ ਦਾ ਮਾਹੌਲ ਹੈ, ਬੀਬੀਆਂ ਗੀਤ ਗਾ ਰਹੀਆਂ, ਕੜਾਹੀ ਚੜ੍ਹੀ ਹੋਈ ਹੈ, ਦਰਜੀ ਬੈਠਾ ਕੱਪੜੇ ਸਿਉਂ ਰਿਹਾ ਫਟਾਫਟ। ਵਿਹੜੇ 'ਚ ਵੜਿਆ, ਕਿਸੇ ਨੂੰ ਪੁੱਛਿਆ ਜੀ ਭਿਖਾਰੀ ਜੀ ਕਿੱਥੇ ਆ ਮਾਲਕ ਆਪਣੇ? ਅੱਛਾ, ਉਹ ਪਰਲੇ ਪਾਸੇ ਨੌਰੇ 'ਚ ਬੈਠੇ ਭਾਈ। ਉਹ ਨੌਰੇ ਕੰਨੀ ਗਿਆ ਤੇ ਕੀ ਵੇਖਦਾ, ਭਾਈ ਭਿਖਾਰੀ ਪੱਲੀਆਂ ਜੀਆਂ ਸਿਉਂ ਰਿਹਾ ਤੇ ਇੱਕ ਸੀੜੀ ਜੀ ਲੱਕੜ ਦੀ ਪੌੜੀ ਜੀ ਬਣਾ ਕੇ ਖੜੀ ਕੀਤੀ ਆ ਕੰਧ ਨਾਲ, ਮਰਗ ਦਾ ਸਮਾਨ ਇਕੱਠਾ ਕਰੀ ਬੈਠਾ। ਉਹ ਜਿਹੜਾ ਗੁਰਸਿੱਖ ਸੀਗਾ, ਜਿਹੜਾ ਇਹ ਪੁੱਛਣ ਗਿਆ ਸੀਗਾ ਕਿ ਗੁਰਮੁਖ ਦੇ ਲੱਛਣ ਕੀ ਹੁੰਦੇ ਆ, ਗੁਰਮੁਖ ਕਿਹੋ ਜਿਹਾ ਹੁੰਦਾ, ਇਹ ਪੁੱਛਿਆ ਸੀ ਸਵਾਲ ਪੰਜਵੇਂ ਪਾਤਸ਼ਾਹ ਨੂੰ। ਪੰਜਵੇਂ ਪਾਤਸ਼ਾਹ ਕਹਿੰਦੇ ਚੱਲ ਤੈਨੂੰ ਪ੍ਰੈਕਟੀਕਲੀ ਕਰਾ ਦਿੰਦੇ ਆ। ਗੁਜਰਾਤ ਵਿੱਚ ਸਾਡਾ ਸਿੱਖ ਹੈ ਭਾਈ ਭਿਖਾਰੀ, ਉਹਨੂੰ ਜਾ ਕੇ ਪੁੱਛਿਆ। ਕੋਈ ਸਤਨਾਮ ਗਾਹ ਸੀਨ ਹੀ ਬਣਿਆ ਪਿਆ, ਇੱਕ ਪਾਸੇ ਵਿਆਹ ਦਾ ਸੀਨ ਹੈ, ਦੂਜੇ ਪਾਸੇ ਮਰਗ ਦਾ ਸਮਾਨ ਇਕੱਠਾ ਕਰੀ ਬੈਠਾ ਨੌਰੇ 'ਚ। ਚੱਕਰ 'ਚ ਪੈ ਗਿਆ ਸਿੱਖ, ਕਹਿੰਦਾ ਮਹਾਰਾਜ ਇਹ ਕੀ ਆ, ਮੈਂ ਕੀ ਦੇਖ ਰਿਹਾ? ਕਿਉਂ? ਮੈਂ ਆਪਣੇ ਘਰੇ ਗਿਆ ਸੀਗਾ, ਉੱਥੇ ਤਾਂ ਬੀਬੀਆਂ ਗੀਤ ਗਾ ਰਹੀਆਂ ਜਿਵੇਂ ਵਿਆਹ ਹੁੰਦਾ। ਕਹਿੰਦੇ ਹਾਂ ਲੜਕੇ ਦਾ ਵਿਆਹ ਹੈ, ਤੇ ਫਿਰ ਆਹ ਸਮਾਨ ਮਰਗ ਦਾ ਇਕੱਠਾ ਕਰੀ ਬੈਠੇ, ਇਹਦੀ ਕੀ ਲੋੜ ਹੈ? ਇਹ ਤਾਂ ਵਿਆਹ 'ਚ ਲੋੜ ਨਹੀਂ ਪੈਂਦੀ ਇਸ ਸਮਾਨ ਦੀ। ਕਹਿੰਦੇ ਅਗਲੇ ਦਿਨ ਇਹਦੀ ਲੋੜ ਪੈ ਜਾਣੀ ਆ। ਕਹੋ ਸਤਨਾਮ। ਸੁੱਖ ਦੁੱਖ, ਦੁੱਖ ਸੁੱਖ ਦੋਨੇ, ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ, ਸੰਜੋਗ ਵਿਜੋਗ ਦੋ ਕਾਰ ਚਲਾਵੇ, ਲੇਖੇ ਆਵੇ ਭਾਗ। ਭਾਈ ਭਿਖਾਰੀ ਨੂੰ ਪਹਿਲਾਂ ਦੱਸਦਾ। ਸਾਡੇ ਚਿੱਤ ਚੇਤੇ ਨਹੀਂ, ਪਰ ਗੁਰਮੁਖਾਂ ਨੂੰ ਪਤਾ ਲੱਗ ਜਾਂਦਾ ਹੈ, ਪਰ ਉਹ ਹੁਕਮ ਨੂੰ ਮੋੜਦੇ ਨਹੀਂ। ਅਸੀਂ ਤਾਂ ਲੱਤਾਂ ਬਾਹਾਂ ਬੜੀਆਂ ਮਾਰਦੇ ਹਾਂ, ਹਾਏ ਐਂ ਕਿਉਂ ਹੋ ਗਿਆ, ਹੈ ਤਾਂ ਜਵਾਕ ਛੋਟਾ ਸੀ, ਲੈ ਐਂ ਕਿਉਂ ਮਰ ਗਿਆ, ਕੱਲ੍ਹ ਤਾਂ ਵਿਆਹ ਹੋਇਆ ਸੀਗਾ, 4 ਦਿਨ ਰੱਬ ਹੋਰ ਛੱਡ ਦਿੰਦਾ। ਭਿਖਾਰੀ ਨੂੰ ਪਤਾ ਲੱਗ ਗਿਆ। ਇਹ ਗੁਰਮੁਖ ਪੁੱਛਦਾ ਹੈ ਮਹਾਰਾਜ ਇਹਦਾ ਕੀ ਕਾਰਨ ਹੈ? ਕਹਿੰਦੇ ਵੇਖ ਬਈ ਵਿਆਹ ਰੱਖਿਆ ਬੱਚੇ ਦਾ, ਔਰ ਦੂਜੇ ਤੀਜੇ ਦਿਨ ਲੜਕੇ ਦੀ ਮੌਤ ਹੋ ਜਾਣੀ ਆ, ਤੇ ਫਿਰ ਇਹ ਸਮਾਨ ਦੀ ਲੋੜ ਪੈਣੀ ਆ। ਬਸ ਮੈਂ ਸੋਚਿਆ ਵਿਹਲੇ ਬੈਠਿਆ ਚੱਲ ਬਣਾ ਕੇ ਰੱਖ ਦਿੰਦੇ ਆ, ਫਿਰ ਭੱਜ ਦੌੜ ਹੋਊਗੀ। ਉਹ ਸਿੱਖ ਕਹਿੰਦਾ ਤੁਹਾਡੀ ਗੁਰੂ ਅਰਜਨ ਦੇਵ ਜੀ ਨਾਲ ਇੰਨਾ ਪਿਆਰ ਹੈ, ਮੈਨੂੰ ਸਿੱਧਾ ਤੁਹਾਡੇ ਕੋਲੇ ਭੇਜਿਆ, ਤੁਸੀਂ ਕਿਉਂ ਨਹੀਂ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰਦੇ ਕਿ ਬੱਚੇ ਦੀ ਉਮਰ ਲੰਮੀ ਹੋ ਜਾਵੇ? ਭਾਈ ਭਿਖਾਰੀ ਕਹਿੰਦਾ ਫਿਰ ਕੀ ਹੋ ਜਾਊਗਾ, ਮਰੂਗਾ ਤਾਂ ਫਿਰ ਵੀ। ਕਹਿੰਦੇ ਚਲੋ ਮਰੂਗਾ ਤਾਂ ਸਹੀ, ਚੱਲ ਵਿਆਹ ਹੋਊਗਾ, ਕੋਈ ਹੋਰ ਬੱਚਾ ਹੋ ਜੂ ਤੁਹਾਡੇ, ਅਗਲਾ ਪੋਤਰਾ ਹੋ ਜੂ। ਆਹ ਲੜਕੀ ਵਿਆਹ ਕੇ ਲਿਆਂਦੀ ਹੈ ਵਿਚਾਰੀ, ਇਹ ਵੀ 4 ਦਿਨ ਚੱਜ ਦੇ ਕੱਟ ਲਊ। ਕਹਿੰਦੇ ਨਹੀਂ, ਮੈਂ ਗੁਰੂ ਸਾਹਿਬ ਨੂੰ ਇਸ ਵਿਸ਼ੇ 'ਤੇ ਨਹੀਂ ਕਹਿੰਦਾ। ਸੋ ਕਿਛ ਕਰੈ ਜੋ ਚਿਤ ਨ ਹੋਈ, ਤਿਸ ਦਾ ਹੁਕਮ ਮੇਟ ਨਾ ਸਕੈ ਕੋਈ। ਮੈਂ ਇਸ ਹੁਕਮ ਨੂੰ ਮੋੜਨ ਦੀ ਇੱਛਾ ਨਹੀਂ ਰੱਖਦਾ। ਫਿਰ ਉਹ ਸਿੱਖ ਦੂਜੀ ਗੱਲ ਕਹਿੰਦਾ ਵੀ ਚੱਲ ਠੀਕ ਹੈ ਜੀ, ਤੁਸੀਂ ਨਹੀਂ ਇਹ ਕਹਿਣਾ, ਫਿਰ ਕੁੜੀ ਦਾ ਵਿਆਹ ਨਾ ਕਰੋ, ਮੁੰਡੇ ਦਾ ਵਿਆਹ ਨਾ ਕਰੋ। ਘੱਟੋ ਘੱਟ ਲੜਕੀ ਤਾਂ ਦਾਗੀ ਨਾ ਹੋਵੇ, ਤੁਹਾਡੇ ਲੜਕੇ ਨੇ ਤਾਂ ਮਰਨਾ ਹੀ ਆ। ਕਹਿੰਦਾ ਪਰ ਮਰੂਗਾ ਵਿਆਹ ਤੋਂ ਬਾਅਦ, ਜਿੰਨਾ ਚਿਰ ਵਿਆਹ ਨਹੀਂ ਹੁੰਦਾ ਉਹਨਾਂ ਚਿਰ ਮਰਦਾ ਨਹੀਂ। ਸੰਜੋਗ ਵਿਜੋਗ ਦੋ ਕਾਰ ਚਲਾਵੇ, ਲੇਖੇ ਆਵੇ ਭਾਗ।
बड़ा कम होया। उस गुरसिख ने चुप कर गया, की जवाब देवे हुण। रिहा विआह देखिया, बहुत वधिया माहौल, विआह दे विच खुशियां मनाइयां, आनंद कारज होए जैसे भी उस वेले हुंदे सी होए। विआह के घरे आए, डोली लाही, पानी वार के पीता माँ प्यो ने, तो फिर रात नूं सौ गए बच्चे। ऐसा पेट विच दर्द उठिया उस बच्चे दे, तड़के मर गया। कहू सतनाम सी। मेल गेल हजे बैठा ही आ। भाई भिखारी रो नहीं रहा, सब नूं धीरज दे रहा है। कहंदा कोई गल नहीं भाई, कल तुसीं खुशी विच आए सी, अज गमी विच भी नाल चलो, चलो संस्कार कर दईए। कहू सतनाम श्री। इस करके यह जिहड़ा कौतक किहदे नाल सही वरतूगा, जिन्हें वो अमर की बूंद पीती आ। जना खना नहीं इस गल नूं झल सकदा। जिन्हें वो अमृत की बूंद किनका अंदरों पीता, ओहो ही इस गल नूं, इस भाणे नूं मन्नेगा। अगली पंक्ति, सो किछ करै जो चित न होई, तिसमा हुक्म मेट न सकै कोई। हुक्मै वरतै अमृत बाणी। ये अमृतमई बाणी उत्थे ही वरतेगी जिथे उहदा हुक्म वरतेगा, जिथे अमृत बाणी वरतेगी उत्थे हुक्म भी वरतेगा। हुण 10वें पातशाह जी की मैं बराबरी की गल तां नहीं करदा, पर उन्होंने अपने नेत्रां दे सामने जिथे ਸਿੰਘਾਂ ਨੂੰ शहीद ਹੁੰਦੇ वेखिया, अपने शहबजादियां ਨੂੰ भी देखिया। कहो सतनाम श्री। भावें कि ਸਿੰਘਾਂ ने बेनतियां कीतियां, महाराज शहबजादियां ਨੂੰ ना भेजो, साडे कोले की बचूगा। एक शहबजादा तो रख लो, वड्डा रख लो, छोटा रख लो, दूजे दोवां का तो पता ही नहीं किधर नूं गए। महाराज कहंदे नहीं, ये नहीं हो सकता। जे सिंह प्यारे है तो शहबजादे भी उन्ने प्यारे, जिन्हें शहबजादे प्यारे उन्ने सिंह प्यारे है, जान दे। तो ये जिथे अमृत की बूंद पीती है, इस घटना नूं ओही झल सकता, जना खना थोड़ा ही झल सकता है। हुक्मै वरतै अमृत बाणी, हुक्मै अमृत पियावणिया। जिहड़े उहदे हुक्म नूं मनदे आ, उत्थे अमृत मिलदा। पंजवें पातशाह जी तत्ती तवी ते बैठे आ, उन्हां दे नाल गए सिख भाई लंगाहा, पिराणा आदि, ये पंजे सिख भज भज के तवी कन्नी जांदे आ। महाराज तुसीं तवी ते नहीं बहणागा, असीं बैठ जाने आ, तुसीं फिर उत्ते बैठ जिओ, असीं लंबे पै जाने आ तवी ते, तुसीं ना बैठो। सिपाही जिहड़े आ चंदू दे, वो डंडे मार के सिखां नूं पिछे करदे आ। ते गुरु अर्जन देव जी कहंदे तुसीं क्यों डंडे खाने हो, ये मेरी खेड आ, मैनूं खेडण दिओ, तुसीं पड़े बैठ के नज़ारा देखो। कहो सतनाम श्री। और आप जी तत्ती तवी ते बैठे आ, क्योंकि तत्ती तवी ते बैठना कोई सौखा जिहा काम नहीं। ये भी उस अमृत की बूंद की किरपा है, जिन्हां ने पीती है उही बैठ सके आ। भाई मतीदास, सतीदास, भाई दयाला, नौवें पातशाह जी के साथी, जिन्होंने नौवें पातशाह के सामने शहीद किया जा रहा है, उन्होंने भी बूंदा पीतियां, तां वो हस के जाना वारदे आ। कहो सतनाम श्री। उन्होंने वो बूंद पीती आ, अंदरों सिमन करके कढ़ के पीती आ अगलियां ने। एवें थोड़ा ही वो झल गए इन्हें दुखों नूं। ये अमृत अंदरों प्रगट हुंदा है। असल दे विच सिमन करके एको ही किनका मिलता, एक बूंद मिलती है, तो एक बूंद का ही अंत नहीं है। किनका एक जे जीव सावै ताकि महिमा गणी ना आवे। उन्हां दी मैं सिफत नहीं कर सकता, उन्हां च कितनी ताकत आ जाती है, कितनी पावर आ जाती है। कहो सतनाम सी। वो अमृत की बूंद अंदर ही बनती है, तो बनती है सिमन करके, मिलती है सिमन करके। एवें तो गेट ही नहीं खुलता, जिहड़ा 10वें द्वार का गेट साडे गले नाल मिल के छाती नाभि नाल जुड़दा है ना, एवें तो गेट ही नहीं खुलदा सिमन तो बगैर। एड़ा पिंगला और सुखमना, तीन बसे एक ठाई, बेनी संगम तह पिराग, मन मज्जन करे तथाई। भगत बेनी जी कहते हैं, जिन्हों ने यह चीज़ की जानकारी लई आ, उन्होंने अपनी बाणी विच लिख दिता। जिहड़ियां बाहर 3 नदियां ना, गंगा जमुना सरस्वती, ये तिन्ने नदियां साडे मत्थे विच भी इकट्ठियां हुंदियां। कहो सतनाम श्री। जो ब्रह्मंडे सोई पिंडे, जो खोजे सो पावे। एड़ा पिंगला सज्जी खब्बी सुर नासकारी, सज्जा ते खब्बा नक।
इधरों दो नाड़ा ये ते तीजी सुखमना नाड़ी जिहड़ी है वो साडी रीढ़ की हड्डी के थल्लों शुरू होंदी है, ये विच दी आउंदी आ, मणकियां दे विच दी आउंदी आ, और विच दी आउंदी हुई सीधी ये इत्थों दी हुंदी हुई इत्थे डिगदी आ। जिहड़ी शिव जी के सिर ते पैप लाई है ना, पानी वाली लाई है, जिन्हों गंगा कहंदे आ, वो असल में सुखमना नाड़ी साडे सारियां दी लगी हुई आ। कोई सतनाम वो अंदरले पासे खुलदी आ। उन्होंने विखाउण वास्ते बाहर मूर्त बना दी उस तरह की भी आ चीज़ भी है मनुख के अंदर। कहो सतनाम श्री, वो बाहर बना दी मूर्ति, जिमें बच्चे नूं समझाउण वास्ते ऊड़ा उठ छाप दिता, कहो सतनाम श्री, वो छाप दिता बाहर। वो सुखमना नाड़ी बारे डॉक्टर भी दसदे आ, उन्होंने नर्वस सिस्टम कहते हैं। नर्वस बड़ा ही कोमल, इन्ना कोमल है कि जे रीढ़ की हड्डी का ऑपरेशन करना पै जाए तो डॉक्टर करते नहीं छेती। कहो सतनाम जे करदियां होया उन्हां तो वह नर्वस सिस्टम टुट गया। वो सुखमना नाड़ी इन्हां मणकियां दे विच दी आ रही है, अगर वो टुट गई जे तो वो शक्ति उपर चल रही सी तो उपरों बच जूगा, हेठला मर जूगा हिस्सा। जे वो शक्ति हेठां नूं वह रही सी उस वेले टुटण वेले तो हेठला चलता रहूगा, दिमाग मर जूगा। कहो सतनाम श्री। वह काम की है भला? वह काम है सारे जिन्ने पुरजे आ साडे पेट विच, गुरदे, हिरदा, तिल्ली, पित्ते वगैरह वगैरह, ये सारे उहदे करके चलते हैं। पैर के अंगूठे तो लैके सिर के जूड़े तक उस दे करके ही शरीर एक दूजे नाल एक्टिवेट है। जिद्दे वो नर्वस सिस्टम टुट गया उदे ही इन्हें अद्धा मारिया जाना, चाहे उत्तों मारिया जाए चाहे थल्लों मारिया जाए। कहो सतनाम। डॉक्टरों को पुछ लो, वो भी दसदे। और ब्रह्म ज्ञानियों ने भी यही खोज की। दोनों ही साइंसदान भी तो ब्रह्म ज्ञानी दोनों शरीर की खोज करते हैं। उन्होंने बाहरों खोजे है, ब्रह्म ज्ञानियों ने अंदरों खोजे आ। कहो सतनाम श्री। इड़ा पिंगला और सुखमना तीन बसे एक ठाई, बेणी संगम तह पिरागमन मज्जन करे तथाई। संतो तहां निरंजन राम है, वो राम जी का रंग रूप रेख भेख नहीं। ये वो रामचंद्र की गल नहीं, ये उस राम की है जिहड़ा सारियां विच रमिया होया। तहां निरंजन राम है, गुरगम चीना बिरला कोई, इस रस्ते नूं ओही जानूगा जिहड़ा गुरु नूं पुछूगा। गुरु तो बगैर समझ नहीं आउणी। हर थां ते गुरु की लोड़ पैंदी है, फिर इत्थे गुरु बिना किवें सर जूगा बई। गुरगम चीना बिरला कोहे, तहां निरंजन रमैया होए। प्रीतम जी कहते जिन्हां ने वो बूंद पी ली, भाई मती दास ने पीती आ, आरे नाल चीरन लगे, और मती दास जी आरे वाले जलादा नूं कहना हौली चलाओ। और मुगलों ने जलादा ने सोचा शायद डर गया, पीड़ हुंदी, वो कहना पीड़ पूड़ नहीं हुंदी, तुसी शांति नाल वड्डो, घबराओ ना, मैं भी खड़ा, तुसी भी करो काम अपना। मैं चाहना कि मेरा जपजी साहिब का पाठ जीव के कट्टण तो पहला पहला पूरा हो जाए। तो सामने सतगुरु तेग बहादुर जी कहते वाह वाह, सिखा फिक्र ना कर, जीव कट्टी जावे, दो टोटे हो जान, जपजी साहिब का पूरा पाठ होवेगा, तेरी आखिरी इच्छा मैं पूरी करूँगा। हुण कहो सतनाम सी, मेरी ड्यूटी है। चलन दे आरा जिमें चलाउंदे आ, तो मती दास ते आरा चल रहा है, जीव कट्टी गई, दो टोटे हो गए, एक टोटा इधर ही लकड़ बन्निया पिया, एक इस पासे। तो जिन्ना चिर सलोक नहीं पढ़िया गया दोने ही पीस ठंडे नहीं होए। कहो सतनाम। ये बूंद की गल है, ये उस किणके की गल है जिस अमर की गल तीजे पातशाह इत्थे कर रहे हैं। एक तो वह भाने च आ जाते आ, वो परमेश्वर के हुक्म नूं मोड़ते नहीं, ते दूजा वो अमृत नूं पी के अमर हो जाते आ। तिसदा हुक्म मेट ना सकै कोई, हुक्मे वरतै अमृत बाणी, हुक्मै अमृत पियावणिया। सैंस हैरान है, दुनिया हैरान है कि धौन कट्टी गई इथों, अपने सिर नूं अपने खब्बे हत्थ ते रख के सज्जे हत्थ नाल खंडा किवें चल गया। ये भी उसे अमृत बूंद की कृपा है। कहो सतनाम श्री। एवं थोड़ा कहा किनका एक जे जीव सावे ताकि महिमा गणी ना आवे, करो महिमा लै, जे मुक जे तो मुका के विखाओ। कहो सतनाम श्री। जिहदे अंदर वो कणी चली गई, ये उस कणी की महिमा है, नाम की कणी की।
और उस नाम की कणी के बराबर तो करोड़ों हीरे भी नहीं पहुँच सकते। मत विच रतन जवाहर मानक जे गुर की सिख सुनी गुरां एक दे बुझाई सबना जियां का एक दाता सो मैं विसर न जाई। मत भी साडे हीरे जवाहरात आ संसार दे हीरे छड्डो ज्ञान दे हीरे अंदर पैदा हुंदे आ। कोई सतनाम सी जिन्हां दी गिनती कोई नहीं कर सकदा। अजब कम करते हर केरे ए मन भूला जांदा फेरे। वो सिख फिर परमेश्वर के कौतुकां नूं देख के खुश हुंदे आ, वो खुश हुंदे आ, वो हसदे आ। कबीर जब हम आए जगत में जग हसे हम रोए। बच्चा रो रहे है, परिवार खुश हुंदा है। मुंडा पैदा हो गया, कुड़ी पैदा हो गई, बच्चा ठीक है, रो पिया। डॉक्टर भी जिन्ना चਿਰ रोवे ना उन्ना चਿਰ वो टेंशन च हुंदे आ बच्चा रोया क्यों नहीं हजे तक, क्योंकि रोन तो बाद ही अंदरला इंजन चलूगा। जब बच्चा रोंदा है होंके लैंदा है ना, जिथे पहला वो माँ तो सवास लै रहा सी हुण आपदे नक नाल सवास लेना शुरू करता तां रोंदा वो, तां वो कहंदे ठीक आ। पर कबीर साहब कुछ होर कहंदे आ। कबीर साहब कहंदे मैं तां रोया कि मैं मालक तो विछड़ के दुनिया विच पैदा हो गया। जब हम आए जगत में जग हसे हम रोए, ते हुण ऐसी करनी कर चलो हम हसे जग रोए। याद करके भी यार भगत कबीर दी हजे लोड़ सी सानू। को सतनाम सी जग याद करे। अजब कम करते हर केरे ए मन भूला जांदा फेरे। परमेश्वर दे अनोखे कौतक है। ये मन साडा परमेश्वर नूं भुला के ही फेरे भाव चक्कर च पिया होया, भटकण भी जमन मन च पिया होया। ये मन भूला जांदा फेरे। जे किते अमृत बाणी नाल जुड़ जावे। आ गुरबाणी अमृत बाणी है। अमृत के बहुत अर्थ बनणगे, जिन्हें मर्जी बनाई चलो बहुत बनणगे। यही अमृत है जिहड़ा कोहड़ी नूं चंगी तरह ठीक कर दिंदा। रजनी दा कोहड़ी ये भी यही अमृत उत्थे सीगा। को सतनाम श्री सरजुग दे समय दा अमृत ओ छपड़ी विच पिया सीगा जिथों रजनी दा कोहड़ी राजी हो गया। अमृत बाणी स्यों चित लाए अमृत शब्द बजावणिया। ते जे यह मन साडा इस अमृतमई बाणी नाल जुड़ जावे, इहदे अंदर फिर अमृतमई शब्द ही चलणगे। दूजियां नूं सत्कार सहित मिलूगा, ये भी अमृत है। मिठा बोलना भी अमृत है। भाव साडे शरीर दे कर्म इंद्रिय ज्ञान इंद्रियां दा सुभाव बदल जूगा, कन्वर्ट हो जूगा, पहला वर्गा नहीं रहूगा। एक पासे गुरु गोबिंद सिंह महाराज जी है, अमर दे दाते, ते दूजे पासे औरंगजेब है। दोनों के सुभाव च कितना फर्क आ। कहो सतनाम श्री कितना फर्क आ। ये अमृत करके ही फर्क है ना। गुरु गोबिंद सिंह जीवन देने वाले है, औरंगजेब जीवन खोण वाला है। दोनों च कितना फर्क है। ये अमृत का फर्क है। कहो सतनाम श्री। औरंगे नूं मिलिया नहीं, गुरु साहब तो खुद मालक है अमृत दे। अमृत बाणी स्यों चित लाए अमृत शब्द बजावणिया। पंजवां पदा पूरा होया। अगे छेवें पदे विच कहंदे खोटे खरे तुध आप ही उपाए। आ साडे अलग अलग मैं पहला गल कीती ना, खरे गुरु गोबिंद सिंह जी, खोटा औरंगजेब। कहो सतनाम श्री। फिर ओह की कहंदे आ, रब दे प्यारे जिन्हां नूं इह कणी मिल गई वो फिर किसी नूं लांभा नहीं दिंदे। वो परमेश्वर नूं कहंदे आ काम सारे तेरे ही आ। एक सिख ने बूंद पीती आ, कणी पीती आ, गुरु गोबिंद सिंह जी का सिख आ, बड़ी सेवा करदा घोड़ियां दी, सिमरन करदा बहुत ज़्यादा। गुरु साहब तड़के तड़के चक्कर लाउंदे आ आनंदपुर साहब दे विच, और तवेले विच भी पहुँचते आ। तवेले विच जाके उस भाई बेले नूं गलवकड़ी च लै लैंदे आ, जदों कपड़े उहदे पानी नाल भिजे हुंदे आ, गंदे होए हुंदे आ। कहो सतनाम श्री। घोड़ियां नभाउण करके ते कुछ चिट्टे कपड़ियां वाले बेलड़ सिख वो वेख के हंकार करते हैं, ईरखा करते हैं भी गुरु साहब वो लिबड़े जिन्हें जाके जफ्फी च लै लेंदे आ ते साडे कन्नी समार के वेखदे भी नहीं। कहो सतनाम सी। और उन्होंने एक दिन सलाह की भी आपां इहनूं बेले नूं कुट के भजा दईए इत्थों, फिर गुरु साहब अपने कन्नी ध्यान करनगे। उन्होंने भाई बेले नूं कुटता,
सट्टां बज गईयां, कूणियां काणियां ते सट्टां मारियां हत्थां ते गुट्टां ते भी भाजूगा आपे जो दुखी होया। उन्हें पट्टियां बन लियां। दूजे तीजे दिन पातशाह का फिर गेड़ा वजया, वेख के पट्टियां बनिया, कहने बेले आ की होया? कहना जी कुछ नहीं होया। कहने कुछ क्यों नहीं होया, सट बजी है तेरे, आ पट्टियां बनी फिरदा, किने मारियां मैनूं दसो? कहना जी किसी ने नहीं मारियां। कहना नहीं यार गुस्सा ना कर पुत्त, दस मैनूं किने मारियां, मैं पुछदा उहनूं हुणी। कहना जी तुसीं मारियां, तुहाडे तो बगैर तो पत्ता नहीं हलदा, फिर सट के बजू को सतनाम श्री। पातशाह कहने मैं किवें मारियां? कहने बस मैनूं नहीं पता, मैनूं तो कोई होर दिसदा नहीं, तू ही मारन वाला, तू ही बचाउण वाला, कहो सतनाम श्री। भाव के उन्हें शिकायत भी नहीं लाई उन्होंने दी जिन्हों ने कुटिया सी, कहो सतनाम श्री। ते धन गुरु गोबिंद सिंह जी ने दीवान सजाया, तो फिर पहली बार यही गल करी भी जिन्हों ने भाई बेले नूं कुटिया खड़े हो जाओ। पहले तो खड़े ना होए। पातशाह कहने फिर मैं नाम लवां किने किने कुटिया कि उठदे हो? वो तिन्ने चारे खड़े हो गए। कहने बेले नूं क्यों कुटिया? कहने जी गलती हो गई। कहने गलती नहीं आए दसो कुट्टण का कारण? कहने कुट्टण का कारण तो यही है, फिर असीं खड़े होंगे महाराज साडे कन्नी वधिया झाकदे भी नहीं, तो बेले नूं जाके जफ्फी च लै लिओ, सानूं ईरखा पैदा हो गई, सोचिया भजा दईए इहनूं इत्थों, फिर साडे कन्नी झाकणगे। पातशाह कहने भले हो बेले की सेवा तो सिमरता वेखो किन्नी घोड़ियां की सेवा करदा है, तो जदों मैं घोड़े तो नीले तो वापस आउणा तो उहदियां लत्तां ही कुट्टी जांदा है। वाह मेरे पातशाह दा नीला, लिया मैं तेरियां लत्तां घुट दियां, तू तां थकिया होवेगा, गुरु की सेवा करके आया, मैं तेरी सेवा कर दियां, कहो सतनाम श्री। पता किन्ना सिमरना है? साच कहो सुन लिहो सब है, जिन प्रेम कियो तिन ही प्रपायो, खोटे खरे तुझे आप ही उपाए। ये चंगे ते माड़े सारे परमेश्वर नूं फिर सिख किसी नूं लांभा नहीं दिंदा, वो परमेश्वर नूं कहंदा है ये चंगे ते माड़े सारे तू ही पैदा कीते है, जे तू चाहे तो इन्हां माड़ियां नूं चंगे बना सकदा है, बना दे। अरदास करदे आ इन्हां नूं समत बख्शो, कहो सतनाम श्री। खोटे खरे तुझे आप ही उपाए, तुझे आपे परखे लोक सुभाए, तू आप ही सब नूं देखण वाला है। खरे परख खजाने पाए, खोटे भरम भुलावणिया। जिहड़े खरे खरे है उन्होंने परख के आपदे विच मिला लैना, निज स्वरूप च मिला लैना, तो जिहड़े खोटे हुंदे है उन्होंने कहना जाओ खेडो 84 लाख जूना च फिर खेडो, कई जन्म पे कीट पतंगा जिधरों आए हो उधर ही फिर चले जाओ, कहो सतनाम। रहिंदे दो परे आपां कल नूं सरवण करांगे, विचारा इत्थे रोकदे आ, समा समाप्ति ते आ, इत्थों कल नूं आरंभ करांगे। बोलदे अनेकां अखर बाद घाट हो जांदे, सिख संगतां ते सतगुरु बख्शण जोग है, बख्श लैना जी। समाप्ति करिए, बुलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु वाह